ਅਸੀਂ ਇਹੋ ਜਿਹੇ ਆਰਡਰ ਮਨਜ਼ੂਰ ਨਹੀਂ ਕਰਦੇ, ਨਾ ਹੀ ਅਸੀਂ ਖੁਸ਼ ਹਾਂ। ਆਪ ਸਰਕਾਰ ਤੋਂ ਅਸੀਂ ਬਿਲਕੁਲ ਵੀ ਖੁਸ਼ ਨਹੀਂ, ਨਾ ਹੀ ਸਾਨੂੰ ਇਹ ਉਮੀਦ ਸੀ ਵੀ ਸਾਡੀ ਝੋਲੀ ਇਹ ਪਾਇਆ ਜਾਊਗਾ। ਕੱਲ ਜਿਹੜਾ ਡਰਾਮਾ ਰਚਿਆ ਗਿਆ ਭਗਵੰਤ ਮਾਨ ਦੀ ਸਰਕਾਰ ਦੁਆਰਾ, ਉੱਥੇ ਜਿਹੜੇ ਆਰਡਰ ਦਿੱਤੇ ਗਏ ਜਦੋਂ ਅਸੀਂ ਇਹ ਕੱਢੇ, ਇਹਨਾਂ ਵਿੱਚ ਅਸੀਂ ਵੇਖਿਆ ਇਹਨਾਂ ਵਿੱਚ ਸਿਰਫ ਤੇ ਸਿਰਫ ਇੱਕ ਤਨਖਾਹ ਵਾਧਾ ਸੀਗਾ, ਹੋਰ ਇਹਦੇ ਵਿੱਚ ਕੁਝ ਵੀ ਨਹੀਂ ਸਾਨੂੰ ਮਿਲਣ ਨੂੰ ਮਿਲਿਆ। ਇਹਦੇ ਵਿੱਚ ਨਾ ਤਾਂ ਕੋਈ CSR ਰੂਲ ਹੈਗੇ ਆ, ਨਾ ਇਹਦੇ ਵਿੱਚ ਕੋਈ ਪੇ ਸਕੇਲ ਹੈਗਾ, ਨਾ ਕੋਈ ਮੈਡੀਕਲ ਹੈਗਾ। ਅਸੀਂ ਇਹਨਾਂ ਨੂੰ ਸਿਰਫ ਇੱਕ ਤਨਖਾਹ ਵਾਧੇ ਦੇ ਆਰਡਰ ਹੀ ਮੰਨਦੇ ਆ, ਇਹਦੇ ਵਿੱਚ ਪੱਕੇ ਵਾਲਾ ਕੁਝ ਵੀ ਨਹੀਂ ਹੈਗਾ। ਸਰ ਨਿਰਾ ਡਰਾਮਾ ਜੀ ਇਹ ਸਰਕਾਰ ਹੈ ਨਾ ਜਿਹੜੀ, ਇਹ ਕਾਂਗਰਸੀਆਂ ਤੇ ਅਕਾਲੀਆਂ ਦੇ ਨਾਲੋਂ ਵੀ ਚਾਲਾਂ ਵੱਧ ਚੱਲ ਰਹੀ ਹੈ। ਅਸੀਂ ਬੰਦ ਪਏ ਸਕੂਲ ਖੋਲ੍ਹੇ ਆ, ਸਭ ਕੁਝ ਅਸੀਂ ਕੀਤਾ, ਸਾਰੇ ਚਾਰਜ ਅਸੀਂ ਸਾਂਭੇ ਆ। ਅੱਜ ਕਿਵੇਂ ਸਾਨੂੰ ਕਹਿੰਦੇ ਪਏ ਆ ਵੀ ਤੁਸੀਂ ਰੈਗੂਲਰ ਨਹੀਂ ਹੋ ਸਕਦੇ। ਸਰਕਾਰ ਕਹਿੰਦੀ ਹੋਰ ਪੱਕਾ ਕੀ ਹੁੰਦਾ, ਤੁਹਾਨੂੰ 58 ਸਾਲ ਤੱਕ ਕੋਈ ਕੱਢ ਹੀ ਨਹੀਂ ਸਕਦਾ। ਸਾਨੂੰ ਕਿਤੇ ਵੀ ਡਿਬੇਟ ਦੇ ਵਿੱਚ ਬੈਠ ਕੇ ਸਾਨੂੰ ਦੱਸ ਦੇ ਵੀ ਪੱਕਾ ਸ਼ਬਦ ਇਸ ਤਰੀਕੇ ਦੇ ਨਾਲ ਹੁੰਦਾ ਹੈਗਾ। ਇੱਕ ਬੰਦਾ ਜਿਹਨੂੰ ਤੁਸੀਂ ਫਰੈਸ਼ਰ ਭਰਤੀ ਕਰਦੇ ਪਏ 60,000 ਰੁਪਇਆ ਤਨਖਾਹ ਦਿੰਦੇ ਹੋ, ਉਹੀ ਤੁਸੀਂ 23,000 'ਚ ਕੰਮ ਲੈ ਲੋਗੇ ਤੇ ਕਿਵੇਂ ਕੱਢ ਦੇਣਗੇ? ਨਹੀਂ ਕੱਢ ਸਕਦੇ। ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਅਸੀਂ ਬਹੁਤ ਵਿਸ਼ਵਾਸ ਕਰਕੇ ਅਸੀਂ ਇਹਦੇ ਉੱਪਰ ਯਕੀਨ ਕੀਤਾ ਸੀਗਾ, ਪਰ ਸਾਡੇ ਨਾਲ ਵੀ ਇਹਨੇ ਕਾਂਗਰਸ ਅਕਾਲੀਆਂ ਵਾਂਗੂ ਵਾਅਦਾ ਖਿਲਾਫੀ ਕੀਤੀ ਹੈਗੀ ਆ। ਜਿਹੜਾ ਇਹ ਉੱਕਾ ਪੁੱਕਾ ਤਨਖਾਹ ਦੇ ਰਹੀ ਹੈਗੀ ਆ, ਉਹਦੇ ਵਿੱਚ ਸਾਨੂੰ ਕੋਈ ਵੀ ਪੈਨਸ਼ਨ ਸਕੀਮ ਵੀ ਨਹੀਂ ਹੈਗੀ। ਅਸੀਂ ਜਦੋਂ 58 ਸਾਲ ਪੂਰੇ ਕਰਾਂਗੇ ਉਸ ਤੋਂ ਬਾਅਦ ਚੁੱਪ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਕਿ ਸਾਡੇ ਸਕੂਲ ਦੇ ਬੱਚਿਆਂ ਦੇ ਵੀ ਸੁਪਨੇ ਸੀਗੇ ਕਿ ਸਾਡੀ ਮੈਮ ਵੀ ਪੱਕੀ ਹੋ ਕੇ ਸਾਨੂੰ ਲੱਡੂ ਖਵਾਊਗੀ, ਜਿਨ੍ਹਾਂ ਨੂੰ ਕਿ ਅਸੀਂ ਬਿਲਕੁਲ ਵੀ ਉਹਨਾਂ ਨੂੰ ਖਵਾਇਆ ਨਹੀਂ ਕੁਛ ਵੀ। ਪੱਕਾ ਸ਼ਬਦ ਸਿਰਫ ਇਹਨਾਂ ਨੇ ਆਦੀ ਪਬਲਿਸਿਟੀ ਲਈ ਕਿਹਾ ਹੈ। ਕੋਈ ਵੀ ਪੱਕਾ ਸਾਨੂੰ ਕੋਈ ਵੀ ਦੱਸ ਦੇ ਵੀ ਆਹ ਤੁਹਾਨੂੰ ਲਾਭ ਮਿਲਿਆ ਤੇ ਆਹ ਤੁਸੀਂ ਪੱਕੇ ਹੋ। ਇੰਨੇ ਕੁ ਪੱਕੇ ਹੋ ਗਏ ਜਿਵੇਂ ਸਾਨੂੰ ਕਿ ਭੱਠੇ ਵਿੱਚ ਪਕਾ ਕੇ ਪਕਾਤਾ, ਜਿਵੇਂ ਅਸੀਂ ਇੱਟਾਂ ਪਕਾਉਂਦੇ ਇਦਾਂ ਪਕਾਤਾ, ਪਰ ਅਸੀਂ ਪੱਕੇ ਹਜੇ ਵੀ ਨਹੀਂ ਹੋਏ। ਅਕਾਲੀਆਂ ਨੇ ਕਾਂਗਰਸੀਆਂ ਨੇ ਸਾਡੀਆਂ ਜਵਾਨੀਆਂ ਰੋਲਤੀਆਂ ਸਾਡੀਆਂ ਉਹਨਾਂ ਨੇ, ਪਰ ਇਹਨਾਂ ਨੇ ਸਾਨੂੰ ਬੁਢਾਪਾ ਰੋਲਣ ਦੀ ਕੋਸ਼ਿਸ਼ ਕਰ ਰਹੀ ਆ। ਕੱਲ ਜਿਹੜਾ ਤੁਸੀਂ ਕਹਿੰਦੇ ਵੀ ਇਤਿਹਾਸਿਕ ਫੈਸਲਾ, ਉਹ ਸਾਡੇ ਲਈ ਨਹੀਂ ਸੀ ਇਤਿਹਾਸਿਕ, ਉਹਨਾਂ ਲਈ ਸੀ, ਕਿਉਂਕਿ ਉਹਨਾਂ ਨੂੰ ਵਿੱਚ ਪਾਲਿਸੀ ਦੇ ਸ਼ਾਮਿਲ ਪਹਿਲਾਂ ਨਹੀਂ ਕੀਤਾ ਗਿਆ ਸੀ। ਪਾਲਿਸੀ ਸਾਡੇ ਲਈ ਬਣੀ ਸੀ। ਜੇ ਕਹਿੰਦੇ ਵੋਟਾਂ ਦੇ ਅਸੀਂ ਕੋਈ ਕਸਰ ਨਹੀਂ ਛੱਡੀ ਸੀ। ਪਤਾ ਨਹੀਂ ਸਾਡੇ ਨਾਲ ਐਡਾ ਧੋਖਾ ਕਿਉਂ ਹੋਇਆ। ਉਦੋਂ ਤਾਂ ਬੜੇ ਆ ਕੇ ਕਹਿੰਦੇ ਸੀ ਕਿ ਮੈਂ ਪਾਟੀਆਂ ਚੁੰਨੀਆਂ, ਭੈਣਾਂ ਦੀਆਂ ਪਾਟੀਆਂ ਚੁੰਨੀਆਂ ਨਹੀਂ ਕਰਦਾਗਾ, ਪੱਗਾਂ ਨਹੀਂ ਲੈਣ ਦਿੰਦਾਗਾ, ਤਾਂ ਹੁਣ ਕੀ ਕਰ ਰਿਹਾ ਹੈਗਾ? ਜਿਹੜੀ ਸਰਕਾਰ ਪਹਿਲਾਂ ਕਹਿੰਦੀ ਸੀਗੀ ਸਾਡੀ ਸਰਕਾਰ ਲਿਆਓ, ਕਿਸੇ ਨੂੰ ਟੈਂਕੀ ਤੇ ਚੜ੍ਹਨ ਦੀ ਲੋੜ ਨਹੀਂ ਪੈਣੀਗੀ, ਕਿਸੇ ਨੂੰ ਕੋਈ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਣੀਗੀ, ਪਰ ਅੱਜ ਸਾਨੂੰ 47 ਦਿਨ ਹੋ ਗਏ ਸਾਨੂੰ ਉੱਥੇ ਟੈਂਕੀ ਉੱਪਰ ਬੈਠਿਆਂ ਨੂੰ ਲਗਾਤਾਰ। ਕੀ ਸਰਕਾਰ ਨੂੰ ਉਹ ਦਿਸ ਨਹੀਂ ਰਿਹਾ ਹੈਗਾ? ਜਿਹੜਾ ਇਸ ਕੁਰਸੀ ਦੇ ਉੱਪਰ ਬੈਠ ਜਾਂਦਾ ਹੈਗਾ ਉਸ ਨੂੰ ਪਤਾ ਨਹੀਂ ਕਿਸ ਚੀਜ਼ ਦਾ ਹੰਕਾਰ ਹੋ ਜਾਂਦਾ ਹੈਗਾ। ਪੰਜਾਬ ਸਰਕਾਰ ਨੇ ਕੱਲ ਇੱਕ ਐਲਾਨ ਕੀਤਾ ਹੈ ਤੇ ਕਿਹਾ ਕਿ ਇਤਿਹਾਸ ਰਚ ਦਿੱਤਾ ਹੈ, ਅਧਿਆਪਕ ਪੱਕੇ ਕਰ ਦਿੱਤੇ ਨੇ ਜਿਹੜੇ ਬੜੇ ਲੰਮੇ ਸਮੇਂ ਤੋਂ ਕੱਚੇ ਸੀ। ਪਰ ਅਧਿਆਪਕਾਂ ਵੱਲੋਂ ਸਰਕਾਰ ਦੇ ਨਿਯੁਕਤੀ ਪੱਤਰ ਫੂਕੇ ਗਏ ਆ। ਉਹ ਕਿਉਂ ਫੂਕੇ ਗਏ ਆ, ਕਿਉਂ ਮਨਜ਼ੂਰ ਨਹੀਂ ਉਹਨਾਂ ਨੂੰ ਇਹ ਜਿਹੜੀ ਪੱਕੀ ਕੀਤੀ ਨੌਕਰੀ? ਗੱਲਬਾਤ ਕਰਦੇ ਆ। ਸਰਕਾਰ ਤੁਹਾਨੂੰ ਪੱਕੇ ਕਰ ਰਹੀ ਹੈ, ਤੁਸੀਂ ਉਹਨਾਂ ਦੇ ਨਿਯੁਕਤੀ ਪੱਤਰ ਫੂਕ ਰਹੇ ਹੋ। ਮੈਂ ਰਸਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਫਰੀਦਕੋਟ ਸਿੱਖਿਆ ਪ੍ਰੋਵਾਈਡਰ ਅਧਿਆਪਕ ਜਥੇਬੰਦੀ, ਜੋ ਕਿ 8736 ਕੱਚੇ ਅਧਿਆਪਕਾਂ ਨੂੰ ਜਿਹੜਾ 5 ਸਤੰਬਰ ਨੂੰ ਭਗਵੰਤ ਮਾਨ ਜੀ ਨੇ ਜਿਹੜਾ ਐਲਾਨ ਕੀਤਾ ਸੀ ਪੱਕੇ ਕਰਨ ਦਾ, ਉਹ ਪਾਲਿਸੀ ਜਿਹੜੀ ਬਣਾਈ ਗਈ ਸੀਗੀ 10 ਸਾਲਾ ਲਗਾਤਾਰ, ਉਹ 10-11 ਮਹੀਨੇ ਤੱਕ ਉਹ ਡਰਾਮਾ ਚੱਲਦਾ ਰਿਹਾ। ਅਸੀਂ ਲਗਾਤਾਰ ਸਰਕਾਰ ਨੂੰ ਅਸੀਂ ਸੰਪਰਕ ਦੇ ਵਿੱਚ ਰਹੇ, ਮੁੱਖ ਮੰਤਰੀ ਜੀ ਨੂੰ ਮਿਲਦੇ ਰਹੇ, ਸਿੱਖਿਆ ਮੰਤਰੀ ਜੀ ਨੂੰ ਮਿਲਦੇ ਰਹੇ, ਪਰ ਉਹਨਾਂ ਵੱਲੋਂ ਹਮੇਸ਼ਾ ਹੀ ਇਹ ਹੁੰਦਾ ਸੀਗਾ ਵੀ ਤੁਹਾਨੂੰ ਪੂਰੇ ਲਾਭਾਂ ਸਮੇਤ ਪੂਰੇ ਪੇ ਸਕੇਲ ਦਿੱਤਾ ਜਾਊਗਾ, ਤੁਹਾਨੂੰ CSR ਰੂਲ ਜਿਹੜੇ ਪੂਰੇ ਅਧਿਆਪਕਾਂ ਨੂੰ ਜਿਹੜੇ ਪੱਕੇ ਮਿਲਦੇ ਹੈਗੇ ਆ ਉਹ ਮਿਲਣਗੇ, ਤੁਹਾਨੂੰ ਜਿਹੜਾ ਹੈਗਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਤੁਹਾਡਾ ਖੁਸ਼ਹਾਲ ਹੋਊਗਾ। ਪਰ ਜਦੋਂ ਅਸੀਂ ਇਹ ਆਰਡਰ ਜਿਹੜੇ ਅਸੀਂ ਕੱਲ ਜਿਹੜਾ ਡਰਾਮਾ ਰਚਿਆ ਗਿਆ ਭਗਵੰਤ ਮਾਨ ਦੀ ਸਰਕਾਰ ਦੁਆਰਾ, ਉੱਥੇ ਜਿਹੜੇ ਆਰਡਰ ਦਿੱਤੇ ਗਏ ਜਦੋਂ ਅਸੀਂ ਇਹ ਕੱਢੇ, ਇਹਨਾਂ ਵਿੱਚ ਅਸੀਂ ਵੇਖਿਆ ਇਹਨਾਂ ਵਿੱਚ ਸਿਰਫ ਤੇ ਸਿਰਫ ਇੱਕ ਤਨਖਾਹ ਵਾਧਾ ਸੀਗਾ, ਹੋਰ ਇਹਦੇ ਵਿੱਚ ਕੁਝ ਵੀ ਨਹੀਂ ਸਾਨੂੰ ਮਿਲਣ ਨੂੰ ਮਿਲਿਆ। ਅਸੀਂ ਇਹਨਾਂ ਨੂੰ ਸਿਰਫ ਇੱਕ ਤਨਖਾਹ ਵਾਧੇ ਦੇ ਆਰਡਰ ਹੀ ਮੰਨਦੇ ਆ, ਇਹਦੇ ਵਿੱਚ ਪੱਕੇ ਵਾਲਾ ਕੁਝ ਵੀ ਨਹੀਂ ਹੈਗਾ। ਇਹਦੇ ਵਿੱਚ ਨਾ ਤਾਂ ਕੋਈ CSR ਰੂਲ ਹੈਗੇ ਆ, ਨਾ ਇਹਦੇ ਵਿੱਚ ਕੋਈ ਪੇ ਸਕੇਲ ਹੈਗਾ, ਨਾ ਕੋਈ ਮੈਡੀਕਲ ਹੈਗਾ, ਨਾ ਕੋਈ HRA ਹੈਗਾ। ਮਤਲਬ ਇਹ ਵੀ ਜੋ ਇੱਕ ਰੈਗੂਲਰ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈਗਾ ਉਹ ਇਹਦੇ ਵਿੱਚ ਕੁਝ ਵੀ ਹੈ ਨਹੀਂਗਾ, ਸਿਰਫ ਇੱਕ ਪੱਕਾ ਤਨਖਾਹ ਤੋਂ ਇਲਾਵਾ। ਸਾਡਾ ਜਿਹੜਾ ਧਰਨਾ ਹੈਗਾ ਲਗਾਤਾਰ 13 ਜੂਨ ਤੋਂ
ਸੰਗਰੂਰ ਦੇ ਪਿੰਡ ਨੇੜੇ 2 ਕਿਲੋਮੀਟਰ ਤੇ ਖੁਰਾਣੇ ਦੇ ਵਿੱਚ ਲਗਾਤਾਰ ਸਾਡਾ ਸਾਥੀ ਜਿਹੜਾ ਹੈਗਾ ਇੰਦਰਜੀਤ ਸਿੰਘ ਮਾਨਸਾ ਉੱਥੇ ਟੈਂਕੀ ਉੱਪਰ ਬੈਠੇ ਹੈਗੇ ਆ। ਉਹ ਇਸੇ ਕਰਕੇ ਉਹ ਬੈਠੇ ਸੀਗੇ, ਸਾਡਾ ਧਰਨਾ ਉੱਥੇ ਇਸੇ ਤੋਂ ਸੀਗਾ ਵੀ ਸਾਨੂੰ ਜਿਹੜਾ ਹੈਗਾ ਪੂਰੇ ਲਾਭਾਂ ਸਮੇਤ ਪੇ ਗ੍ਰੇਡ ਸਮੇਤ ਸਾਨੂੰ ਰੈਗੂਲਰ ਕੀਤਾ ਜਾਵੇ। ਪਰ ਸਰਕਾਰ ਨੇ ਇਹ ਬਹੁਤ ਜਲਦਬਾਜ਼ੀ ਦੇ ਵਿੱਚ ਸਾਡੀ ਗੱਲ ਸੁਣੇ ਬਿਨਾ ਇਹ ਜਿਹੜਾ ਸੀਗਾ ਆਪਦਾ ਉੱਕਾ ਪੁੱਕਾ ਜਿਹੜਾ ਤਨਖਾਹ ਵਾਲਾ ਜਿਹੜਾ ਹੈਗਾ ਇਹ ਫੈਸਲਾ ਲਾਗੂ ਕਰਕੇ ਸਾਡੇ ਜਿਹੜਾ ਹੈਗਾ ਭਵਿੱਖ ਦੇ ਉੱਪਰ ਪੂਰਾ ਖਿਲਵਾੜ ਕੀਤਾ ਹੈਗਾ। ਕਾਲੀਆਂ ਨੇ, ਕਾਂਗਰਸੀਆਂ ਨੇ ਸਾਡੀਆਂ ਜਵਾਨੀਆਂ ਰੋਲਤੀਆਂ ਸਾਡੀਆਂ ਉਹਨਾਂ ਨੇ, ਪਰ ਇਹਨਾਂ ਨੇ ਸਾਨੂੰ ਬੁਢਾਪਾ ਰੋਲਣ ਦੀ ਕੋਸ਼ਿਸ਼ ਕਰ ਰਹੀ ਆ, ਕਿਉਂਕਿ ਜਿਹੜਾ ਇਹ ਉੱਕਾ ਪੁੱਕਾ ਤਨਖਾਹ ਦੇ ਰਹੀ ਹੈਗੀ ਆ ਉਹਦੇ ਵਿੱਚ ਸਾਨੂੰ ਕੋਈ ਵੀ ਪੈਨਸ਼ਨ ਸਕੀਮ ਵੀ ਨਹੀਂ ਹੈਗੀ। ਅਸੀਂ ਜਦੋਂ 58 ਸਾਲ ਪੂਰੇ ਕਰਾਂਗੇ ਉਸ ਤੋਂ ਬਾਅਦ ਚੁੱਪ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਜਦੋਂ ਕਿ ਇੱਕ ਪੈਨਸ਼ਨ ਜਿਹੜਾ ਹੁੰਦਾ ਹੈਗਾ ਉਹ ਇੱਕ ਬੁਢਾਪੇ ਦੇ ਵਿੱਚ ਇੱਕ ਬਹੁਤ ਵਧੀਆ ਇੱਕ ਹਥਿਆਰ ਹੁੰਦਾ ਹੈਗਾ ਬੁਢਾਪਾ ਆਪਦਾ ਲੰਘਾਉਣ ਵਾਸਤੇ। ਸੋ ਅਸੀਂ ਇਹ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਜਿਹੜਾ ਇਹ ਉੱਕਾ ਪੁੱਕਾ ਤਨਖਾਹ ਨਾ ਦਿਓ, ਸਾਨੂੰ ਪੂਰੀ ਜਿਹੜਾ ਪੇ ਸਕੇਲ ਦਿਓ, ਸਾਨੂੰ ਜਿਹੜੇ ਅਧਿਆਪਕਾਂ ਦੇ ਜਿਹੜੇ ਹੈਗੇ ਆ ਪੂਰੇ ਜਿਹੜੇ ਲਾਭ ਹੁੰਦੇ ਆ ਸਾਨੂੰ ਉਹ ਵੀ ਦਿੱਤੇ ਜਾਣ, ਪੈਨਸ਼ਨ ਵੀ ਦਿੱਤੀ ਜਾਵੇ, ਤਾਂ ਕਿ ਸਾਡਾ ਜਿਹੜਾ ਜਵਾਨੀ ਤਾਂ ਸਾਡੀ ਕਾਂਗਰਸ ਅਕਾਲੀ ਖਾ ਗਏ ਹੈਗੇ ਆ, ਸਾਡਾ ਬੁਢਾਪਾ ਜਿਹੜਾ ਹੈਗਾ ਉਹਦੇ ਵਿੱਚ ਸਿਕਿਉਰ ਹੋ ਜੇ। ਸੋ ਅਸੀਂ ਸਾਡਾ ਲਗਾਤਾਰ ਜਿਹੜਾ ਹੈਗਾ ਉਹ 47ਵੇਂ ਦਿਨ ਤੋਂ ਪਿੰਡ ਖੁਰਾਣਾ ਦੀ ਟੈਂਕੀ ਉੱਪਰ ਧਰਨਾ ਚੱਲ ਰਿਹਾ ਹੈਗਾ। ਜਿਹੜੀ ਸਰਕਾਰ ਪਹਿਲਾਂ ਕਹਿੰਦੀ ਸੀਗੀ ਸਾਡੀ ਸਰਕਾਰ ਲਿਆਓ, ਅਸੀਂ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਕਿਸੇ ਨੂੰ ਟੈਂਕੀ ਤੇ ਚੜ੍ਹਨ ਦੀ ਲੋੜ ਨਹੀਂ ਪੈਣੀਗੀ, ਕਿਸੇ ਨੂੰ ਕੋਈ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਣੀਗੀ, ਪਰ ਅੱਜ ਸਾਨੂੰ 47 ਦਿਨ ਹੋ ਗਏ ਸਾਨੂੰ ਉੱਥੇ ਟੈਂਕੀ ਉੱਪਰ ਬੈਠਿਆਂ ਨੂੰ ਲਗਾਤਾਰ। ਕੀ ਸਰਕਾਰ ਨੂੰ ਉਹ ਦਿਸ ਨਹੀਂ ਰਿਹਾ ਹੈਗਾ? ਕੀ ਸਰਕਾਰ ਨੂੰ ਉਹ ਦਿਖਾਈ ਨਹੀਂ ਦੇ ਰਿਹਾ ਹੈਗਾ? ਕੀ ਇਹ ਸਰਕਾਰ ਅੰਨੀ ਆ? ਕੀ ਸਾਡੀ ਜਿਹੜੀ ਆਵਾਜ਼ ਜਿਹੜੀ ਹੈਗੀ ਆ ਸਾਨੂੰ ਪੂਰੇ ਲਾਭਾਂ ਸਮੇਤ ਰੈਗੂਲਰ ਕਰਨ ਦੀ ਕੀ ਉਹਦੇ ਕੰਨਾਂ ਤੱਕ ਇਹ ਪਹੁੰਚ ਨਹੀਂ ਰਹੀ ਹੈਗੀ? ਸੋ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡਾ ਜਿਹੜਾ ਹੈਗਾ ਸਾਥੀ ਉੱਥੇ ਪੂਰੇ ਲਾਭਾਂ ਸਮੇਤ ਰੈਗੂਲਰ ਕਰਨ ਦੀ ਮੰਗ ਤੇ ਬੈਠਾ ਹੈਗਾ, ਉਹ ਸਾਡੀ ਮੰਗ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਕਿ ਅਸੀਂ ਖੁਸ਼ੀ ਜਿਹੜਾ ਹੈਗਾ ਆਪਦਾ ਰਹਿੰਦਾ ਜਿਹੜਾ ਜੀਵਨ ਹੈਗਾ ਉਹ ਬਤੀਤ ਕਰ ਸਕੀਏ। ਕਿਉਂਕਿ ਅਸੀਂ 15-16 ਸਾਲਾਂ ਤੋਂ ਲਗਾਤਾਰ ਇਹਨਾਂ ਸਕੂਲਾਂ ਦੇ ਵਿੱਚ ਅਸੀਂ ਕੰਮ ਕੀਤਾ ਹੈਗਾ, ਬੱਚਿਆਂ ਨੂੰ ਪੜ੍ਹਾਇਆ ਹੈਗਾ, ਅਸੀਂ ਉਹ ਸਕੂਲਾਂ ਨੂੰ ਵੀ ਚਲਾਇਆ ਹੈਗਾ ਜਿੱਥੇ ਕੋਈ ਵੀ ਰੈਗੂਲਰ ਅਧਿਆਪਕ ਨਹੀਂ ਸੀ ਹੈਗਾ। ਅਸੀਂ ਸਿਰਫ ਆਪਣੀ ਸਿਰ ਤੇ ਅਸੀਂ ਉਹ ਸਕੂਲ ਚਲਾਏ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਈ ਰੈਗੂਲਰ ਅਧਿਆਪਕ ਵੀ ਹੈ ਨਹੀਂ ਸੀਗਾ, ਅਸੀਂ ਉਹਨਾਂ ਦਾ ਸਾਰਾ ਪ੍ਰਬੰਧ ਸੰਭਿਆ। ਪਰ ਸਰਕਾਰ ਨੇ ਅੱਜ ਫੇਰ ਉਹੀ ਜਿਹੜਾ ਇਸ ਕੁਰਸੀ ਦੇ ਉੱਪਰ ਬੈਠ ਜਾਂਦਾ ਹੈਗਾ ਉਸ ਨੂੰ ਪਤਾ ਨਹੀਂ ਕਿਸ ਚੀਜ਼ ਦਾ ਹੰਕਾਰ ਹੋ ਜਾਂਦਾ ਹੈਗਾ। ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਅਸੀਂ ਬਹੁਤ ਵਿਸ਼ਵਾਸ ਕਰਕੇ ਅਸੀਂ ਇਹਦੇ ਉੱਪਰ ਯਕੀਨ ਕੀਤਾ ਸੀਗਾ, ਪਰ ਸਾਡੇ ਨਾਲ ਵੀ ਇਹਨੇ ਕਾਂਗਰਸ ਅਕਾਲੀਆਂ ਵਾਂਗੂ ਵਾਅਦਾ ਖਿਲਾਫੀ ਕੀਤੀ ਹੈਗੀ ਆ। ਅਸੀਂ ਇਸ ਨੂੰ ਇੱਕ ਵਾਅਦਾ ਖਿਲਾਫੀ ਮੰਨਾਂਗੇ ਕਿਉਂਕਿ ਸਾਨੂੰ ਇਹ ਉੱਕਾ ਪੁੱਕਾ ਜਾਂ ਤਨਖਾਹ ਵਾਅਦਾ ਕਰਕੇ ਸਾਨੂੰ ਜਿਹੜਾ ਰੈਗੂਲਰ ਕਰਨ ਦਾ ਜਿਹੜਾ ਡਰਾਮਾ ਰਚਿਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਵੀ ਪੂਰੇ ਬੋਰਡ ਲਗਾਏ ਗਏ ਸੀਗੇ, ਇਸ਼ਤਿਹਾਰਬਾਜ਼ੀ ਕੀਤੀ ਗਈ ਸੀਗੀ ਪੂਰੇ ਪੰਜਾਬ 'ਚ ਤਾਂ ਕੀ ਪੂਰੇ ਇੰਡੀਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਜਿੱਥੇ ਵੀ ਇਲੈਕਸ਼ਨਾਂ ਹੁੰਦੀਆਂ ਸੀ ਉੱਥੇ ਇਹ ਕੀਤਾ ਗਿਆ ਵੀ ਇੰਨੇ ਜਿਹੜੇ ਅਧਿਆਪਕ ਜਿਹੜੇ ਹੈਗੇ ਆ ਉਹ ਰੈਗੂਲਰ ਕੀਤੇ ਗਏ। ਪਰ ਅੱਜ ਤੁਹਾਡੇ ਸਾਹਮਣੇ ਤੁਹਾਨੂੰ ਆਰਡਰ ਵੀ ਵਿਖਾ ਦਾਂਗੇ ਜਿਹਦੇ ਵਿੱਚ ਸਿਰਫ ਇੱਕ ਉੱਕਾ ਪੁੱਕਾ ਤਨਖਾਹ ਵਾਧਾ ਹੈਗਾ। ਅਸੀਂ ਉਸ ਜਰ ਲੈਂਦੇ ਜੇ ਸਾਨੂੰ ਇਹ ਸਰਕਾਰ ਕਹਿ ਦਿੰਦੀ ਵੀ ਅਸੀਂ ਤੁਹਾਡਾ ਸਿਰਫ ਉੱਕਾ ਪੁੱਕਾ ਤਨਖਾਹ ਦਾ ਵਾਧਾ ਕਰ ਰਹੇ ਹਾਂ, ਤੁਹਾਨੂੰ ਰੈਗੂਲਰ ਨਹੀਂ ਕਰ ਰਹੇ, ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਰੈਗੂਲਰ ਦੇ ਨਾਂ ਦੇ ਉੱਪਰ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਜਿਹੜਾ ਹੈਗਾ ਪੂਰੇ ਲਾਭਾਂ ਦੇ ਸਮੇਤ ਸਾਨੂੰ ਰੈਗੂਲਰ ਕੀਤਾ। ਅੱਛਾ, ਇੱਕ ਗੱਲ ਦੱਸਿਓ, ਸਰਕਾਰ ਕਹਿੰਦੀ ਹੋਰ ਪੱਕਾ ਕੀ ਹੁੰਦਾ, ਤੁਹਾਨੂੰ 58 ਸਾਲ ਤੱਕ ਕੋਈ ਕੱਢ ਹੀ ਨਹੀਂ ਸਕਦਾ। ਦੇਖੋ ਜੀ, ਪੱਕੇ ਦਾ ਮਤਲਬ ਸਾਨੂੰ ਪਰਿਭਾਸ਼ਾ ਦੱਸ ਦੇ, ਸਾਨੂੰ ਕਿਤੇ ਵੀ ਡਿਬੇਟ ਦੇ ਵਿੱਚ ਬੈਠ ਕੇ ਸਾਨੂੰ ਦੱਸ ਦੇ ਵੀ ਪੱਕਾ ਸ਼ਬਦ ਇਸ ਤਰੀਕੇ ਦੇ ਨਾਲ ਹੁੰਦਾ ਹੈਗਾ। ਕਿਉਂਕਿ ਤੁਸੀਂ ਸਕੂਲਾਂ ਦੇ ਵਿੱਚ ਜਾਇਓ, ਅਧਿਆਪਕਾਂ ਦੇ ਤੁਸੀਂ ਤਨਖਾਹਾਂ ਚੈੱਕ ਕਰਿਓ, ਉਹਨਾਂ ਦੇ ਭੱਤੇ ਚੈੱਕ ਕਰਿਓ, ਉਹਨਾਂ ਦੇ ਪੇ ਗ੍ਰੇਡ ਚੈੱਕ ਕਰਿਓ, ਜੇ ਉਹਨਾਂ ਦੇ ਜਿਹੜਾ ਉਹ ਬੁਢਾਪੇ ਦੇ ਵਿੱਚ ਆਉਣ ਵਾਲਾ ਜਿਹੜਾ ਸਹਾਰਾ ਹੁੰਦਾ ਹੈਗਾ ਉਹ ਇੱਕ ਪੈਨਸ਼ਨ ਹੁੰਦੀ ਹੈਗੀ ਆ, ਠੀਕ ਹੈ, ਉਹ ਚੈੱਕ ਕਰਿਓ ਜੇ। ਕਿਉਂਕਿ ਇਸ ਨੂੰ ਅਸੀਂ ਪੱਕਾ ਸ਼ਬਦ ਤਾਂ ਸਿਰਫ ਸਾਨੂੰ ਨਾਂ ਦਾ ਹੀ ਇੱਕ ਪੱਕਾ ਸ਼ਬਦ ਦਿੱਤਾ ਗਿਆ, ਬਾਕੀ ਇਸ ਨੂੰ ਸਿਰਫ ਅਸੀਂ ਤਨਖਾਹ ਵਾਧਾ ਹੀ ਮੰਨਦੇ ਹਾਂ। ਤਨਖਾਹ ਵਾਧਾ ਮੰਨਦੇ ਆ। ਕੀ ਲੱਗ ਰਿਹਾ ਜੀ, ਸਰਕਾਰ ਤਾਂ ਕਹਿੰਦੀ ਸੀਗੀ ਵੀ ਇਤਿਹਾਸ ਰਚਿਆ ਜਾਣਾ, ਇਤਿਹਾਸ ਰਚਿਆ ਨਹੀਂ ਗਿਆ? ਫਿਰ ਇਤਿਹਾਸ ਰਾਜਤਾ ਜੀ ਲੱਗ ਹੋ ਕੇ ਇਹਨਾਂ ਨੇ ਉੱਕਾ ਪੁੱਕਾ ਪੇ ਦੇ ਕੇ ਬਦਲਾ ਹੀ ਹੈ ਇਹ ਜੀ, ਬਦਲਾ ਹੀ ਹੈ। ਹਾਂਜੀ। ਭਗਵੰਤ ਮਾਨ ਸਿੰਘ ਦੀਆਂ ਤਾਂ ਕੱਲ ਤਾਰੀਫਾਂ ਹੀ ਬਹੁਤ ਹੋ ਰਹੀਆਂ ਸੀ, ਭੈਣਾਂ ਬੜੀਆਂ ਕਹਿ ਰਹੀਆਂ ਸੀ ਲਵ ਯੂ ਮਾਨ ਸਾਹਿਬ, ਤੁਸੀਂ ਬੜੀਆਂ ਰੋ ਰਹੀਆਂ ਸੀ ਕਿ ਬਸ ਤੁਸੀਂ ਜੋ ਕਰ ਗਏ ਹੋਰਾਂ ਨੇ ਤਾਂ ਕੀਤਾ ਹੀ ਨਹੀਂ। ਉਹ ਤਾਂ ਪਹਿਲਾਂ ਹੀ ਜੀ ਉਹ ਆਂਦੇ ਸੀ ਸਾਨੂੰ ਤਾਂ ਪੇ ਵਾਧਾ ਹੀ ਚਾਹੀਦਾ ਹੈ, ਉਹ ਤਾਂ ਹੀ ਉਹ ਖੁਸ਼ ਸੀਗੇ ਜੀ। ਹਾਂ, ਮਤਲਬ ਤੁਸੀਂ ਰੈਗੂਲਰ ਕਹਿੰਦੇ ਆ ਵੀ ਸਾਨੂੰ ਰੈਗੂਲਰ ਨਹੀਂ ਕੀਤਾ। ਕਿਉਂਕਿ ਪਤਾ ਕੀ ਸੀ, 8736 ਦਾ ਇੱਕ ਨੋਟੀਫਿਕੇਸ਼ਨ ਬਣਾਇਆ ਗਿਆ ਸੀ ਜਿਹਦੇ ਵਿੱਚ 10 ਸਾਲਾ ਲਗਾਤਾਰ ਪਾਲਿਸੀ ਵਾਲੇ ਸੀਗੇ।
10 ਸਾਲਾ ਲਗਾਤਾਰ ਪਾਲਿਸੀ ਦੇ ਵਿੱਚ ਅਸੀਂ 3-4 ਕੈਟੇਗਰੀਆਂ ਆਉਂਦੀਆਂ ਸੀ, ਜਿਹਦੇ ਵਿੱਚ ਸਿੱਖਿਆ ਪ੍ਰੋਵਾਈਡਰ ਸੀਗੇ, IEV ਵਲੰਟੀਅਰ ਸੀਗੇ, ਜਿਹਦੇ ਵਿੱਚ IERT ਵਾਲੇ ਸੀਗੇ, ਕੋਈ ਦਫ਼ਤਰੀ ਕਾਮੀ ਸੀਗੇ। ਉਹਨਾਂ ਦੇ ਇੱਕ 10 ਸਾਲਾ ਪਾਲਿਸੀ ਬਣਾਈ ਗਈ ਸੀਗੀ, ਪਰ ਉਹ ਸਮਾਂ ਬਤਾਉਂਦੇ ਫਰਵਰੀ ਤੱਕ ਜਦੋਂ ਦੀਆਂ ਸਾਡੀ ਵੈਰੀਫਿਕੇਸ਼ਨਾਂ ਹੋਈਆਂ, ਸਾਡੇ ਨਾਲ ਸਰਕਾਰ ਦੀ ਇਹੀ ਕਮਿਟਮੈਂਟ ਚੱਲਦੀ ਸੀ, ਬਸ ਥੋੜਾ ਜਿਹਾ 5% ਦਾ ਕੰਮ ਰਹਿ ਗਿਆ, 95% ਤੁਹਾਡਾ ਪੂਰਾ ਹੋ ਚੱਕਾ ਹੈਗਾ, ਤੁਹਾਨੂੰ ਰੈਗੂਲਰ ਦੇ ਆਰਡਰ ਦੇਵਾਂਗੇ। ਪਰ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ, ਉਹ ਵਾਲੀ ਪਾਲਿਸੀ ਨੂੰ ਲਾਂਭੇ ਰੱਖ ਕੇ ਨਵੀਂ ਪਾਲਿਸੀ ਬਣਾਈ ਗਈ, ਜਿਹਦੇ ਵਿੱਚ ਹੋਰ ਤਰ੍ਹਾਂ ਦੇ ਜਿਹੜੇ ਅਧਿਆਪਕ ਸੀਗੇ, ਸਾਡੇ ਆਪ ਦੇ ਸਾਥੀ ਨੇ, ਉਹ EGS STR ਜੋ ਵੀ ਨੇ, ਜਿਨ੍ਹਾਂ ਦੇ ਕੋਈ ਕਾਰਜਕਾਲ ਦੇ ਵਿੱਚ ਬ੍ਰੇਕ ਪੈਂਦੀ ਸੀ, ਉਹਨਾਂ ਨੂੰ ਵੀ ਨਾਲ ਮਿਲਾ ਕੇ ਜਿਹੜਾ ਸਾਰਾ ਜਿਹੜਾ ਹੈਗਾ ਇਹ ਰਚਿਆ ਗਿਆ ਕੰਮ। ਕੀ ਲੱਗਦਾ ਜੀ, ਧੋਖਾ ਹੋਇਆ ਲੱਗਦਾ ਤੁਹਾਨੂੰ? ਹਾਂਜੀ ਬਿਲਕੁਲ ਧੋਖਾ ਹੋਇਆ ਸਾਡੇ ਨਾਲ। ਪਹਿਲਾਂ ਸਾਨੂੰ 87 ਤੋਂ 36 ਅਲੱਗ ਬਣਾਈ ਸੀ ਇੱਕ ਕੈਟਾਗਰੀ, ਬਾਅਦ ਵਿੱਚ ਇਹਨਾਂ ਨੇ ਜਿਹੜੇ STR EGS ਦੂਜੇ ਵਲੰਟੀਅਰ ਆ ਉਹਨਾਂ ਨੂੰ ਵੀ ਸਾਡੇ ਦੇ ਵਿੱਚ ਹੀ ਇਨਵੋਲਵ ਕਰ ਦਿੱਤਾ, ਜਿਹੜੇ ਕਿ ਸਾਡੇ ਨਾਲ ਨਹੀਂ ਰਲਦੇ ਸੀ, ਕਿਉਂਕਿ ਸਾਨੂੰ ਇੱਕ ਸਾਡੀ ਪਾਲਿਸੀ ਬਣੀ ਸੀ 10 ਸਾਲਾ ਪਾਲਿਸੀ, ਅਸੀਂ ਉਹਨਾਂ ਵਿੱਚ ਆਉਂਦੇ, ਸਾਡੀ ਕੋਈ ਬ੍ਰੇਕ ਨਹੀਂ ਸੀਗੀ, ਉਹਨਾਂ ਦੀ ਬ੍ਰੇਕ ਹੋਣ ਦੇ ਕਰਕੇ ਵੀ ਉਹਨਾਂ ਨੂੰ ਕੰਸੀਡਰ ਕਰ ਲਿੱਤਾ ਗਿਆ ਤੇ ਸਾਡੇ ਨਾਲ ਸਰਾਸਰ ਧੋਖਾ ਕੀਤਾ ਗਿਆ। ਕੱਲ ਜਿਹੜਾ ਤੁਸੀਂ ਕਹਿੰਦੇ ਵੀ ਇਤਿਹਾਸਿਕ ਫੈਸਲਾ, ਉਹ ਸਾਡੇ ਲਈ ਨਹੀਂ ਸੀ ਇਤਿਹਾਸਿਕ, ਉਹਨਾਂ ਲਈ ਸੀ, ਕਿਉਂਕਿ ਉਹਨਾਂ ਨੂੰ ਵਿੱਚ ਪਾਲਿਸੀ ਦੇ ਸ਼ਾਮਿਲ ਪਹਿਲਾਂ ਨਹੀਂ ਕੀਤਾ ਗਿਆ ਸੀ, ਪਾਲਿਸੀ ਸਾਡੇ ਲਈ ਬਣੀ ਸੀ, ਬਾਅਦ ਵਿੱਚ ਉਹਨਾਂ ਨੂੰ ਵਿੱਚ ਲਾਇਆ ਗਿਆ ਤੇ ਉਹ ਤਾਂ ਫਿਰ ਆਪੇ ਹੀ ਖੁਸ਼ ਹੋਣਗੇ। ਠੀਕ ਆ, ਉਹਨਾਂ ਨੂੰ ਕਿਹਾ ਵੀ ਨਹੀਂ ਤੁਹਾਨੂੰ ਅਸੀਂ ਦਵਾਂਗੇ, ਐਵੇਂ ਕਰਾਂਗੇ, ਬਾਕੀ ਅਸੀਂ ਨਹੀਂ ਗਏ, ਸਾਡਾ ਉਹਨਾਂ ਨਾਲ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ, ਤੁਹਾਡੇ ਸਾਹਮਣੇ ਉਹਨਾਂ ਦੇ ਕਾਪੀਆਂ ਸਾੜ ਕੇ। ਕੱਲ ਮੂੰਹ ਮਾ ਮਿੱਠੇ ਕਰਾਏ ਗਏ, ਤੁਸੀਂ ਵੀ ਕਿਸੇ ਨੇ ਕੀਤਾ ਜੀ ਮੂੰਹ ਮਿੱਠਾ? ਨਹੀਂ, ਅਸੀਂ ਬਿਲਕੁਲ ਵੀ ਨਹੀਂ ਕੀਤਾ ਮੂੰਹ ਮਿੱਠਾ। ਜਦੋਂ ਸਾਡਾ ਸਾਥੀ ਇੰਦਰਜੀਤ ਸਿੰਘ ਮਾਨਸਾ ਉੱਥੇ ਬੈਠਾ ਹੈ, ਜਿੰਨਾ ਚਿਰ ਉਹ ਨਹੀਂ ਨੀਚੇ ਉਤਰ ਕੇ ਮੂੰਹ ਮਿੱਠਾ ਕਰਦੇ, ਸਾਡੇ ਵਿੱਚੋਂ ਸਾਡਾ ਕੋਈ ਵੀ ਸਿੱਖਿਆ ਪ੍ਰੋਵਾਈਡਰ ਮੂੰਹ ਨਹੀਂ ਮਿੱਠਾ ਕਰੇਗਾ। ਮਤਲਬ ਲਗਭਗ ਇਹਨਾਂ ਨੇ ਕੱਲ 12000 ਕਿਹਾ ਜੀ, 12000 ਉਹਦੇ ਵਿੱਚੋਂ 87 ਤੋਂ 36 ਦਾ ਤੁਸੀਂ ਹੋ, ਮਤਲਬ ਤੁਸੀਂ 87 ਤੋਂ 36 ਜਾਣਿਆਂ ਨੇ ਮੂੰਹ ਨਹੀਂ ਮਿੱਠਾ ਕੀਤਾ? ਨਹੀਂ, ਅਸੀਂ ਬਿਲਕੁਲ ਵੀ ਨਹੀਂ ਕੀਤਾ, ਅਸੀਂ ਉਹਨੂੰ ਸਪੋਰਟ ਕਰਦੇ ਹਾਂ ਤੇ ਕਰਾਂਗੇ ਵੀ, ਕਿਉਂਕਿ ਜਿੰਨਾ ਚਿਰ ਉਹ ਸਾਡਾ ਸਾਥੀ ਜਿਹੜਾ ਸਰਕਾਰ ਨੇ ਬਿਲਕੁਲ ਹੀ ਅਣਗੌਲਿਆ ਕੀਤਾ ਹੋਇਆ, ਜਿਹਨੂੰ ਦੇਖ ਹੀ ਨਹੀਂ ਰਹੀ, ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਬੈਠਾ ਉਹ, ਤੇ ਬਿਲਕੁਲ ਉਹਨੂੰ ਅਣਗੌਲਿਆ ਕੀਤਾ ਜਾ ਰਿਹਾ, ਫਿਰ ਅਸੀਂ ਕਿਵੇਂ ਉਹਦੇ ਅਸਤੋਨਾ ਹੀ ਮਗਰ ਲੱਗਾਂਗੇ ਜਿਹੜਾ ਸਾਡਾ ਫਿਊਚਰ ਨੂੰ ਸਵਾਰੇਗਾ। ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸਾਨੂੰ ਸਾਰਾ ਕੁਝ ਕਿਹਾ, ਤੁਹਾਨੂੰ ਸਭ ਕੁਝ ਸਾਰੇ ਲਾਭਾਂ ਸਮੇਤ ਰੈਗੂਲਰ ਕਰਾਂਗੇ, ਪਰ ਉਹ ਸਾਨੂੰ ਕੁਝ ਵੀ ਨਹੀਂ ਦਿੱਤਾ, ਉੱਕਾ ਪੁੱਕਾ ਸਿਰਫ ਤਨਖਾਹ ਦਿੱਤੀ ਹੈ। ਇਹੀ ਤਨਖਾਹ ਸਾਡੀ 5 ਸਤੰਬਰ ਨੂੰ ਵਧਾ ਦਿੰਦੇ, ਸਾਨੂੰ ਕਹਿ ਦਿੰਦੇ ਅਸੀਂ ਤੁਹਾਨੂੰ ਰੈਗੂਲਰ ਬਾਅਦ ਚੋਂ ਕਰਾਂਗੇ, ਅਸੀਂ ਫਿਰ ਵੀ ਮਨਜ਼ੂਰ ਕਰ ਲੈਂਦੇ। ਸਾਨੂੰ ਇਹ ਨਹੀਂ, ਸਿਰਫ ਅਸੀਂ ਫਾਈਨੈਂਸ਼ੀਅਲੀ ਥੋੜਾ ਜਿਹਾ ਹੋਣ ਕਰਕੇ 15 ਸਾਲਾਂ ਤੋਂ 10 ਹਜ਼ਾਰ ਰੁਪਇਆ ਲੈਣ ਕਰਕੇ ਇਹ ਸਰਕਾਰ ਦਾ ਮਨਜ਼ੂਰ ਕੀਤਾ ਹੈ। ਉਹ ਵੀ ਸਿਰਫ ਇਹ ਸਾਨੂੰ ਭੀਖ ਨਹੀਂ ਦਿੰਦੀ, ਅਸੀਂ ਆਪਦਾ ਹੱਕ ਲੈਣੇ ਪਏ ਆ ਸਕੂਲਾਂ ਦੇ ਵਿੱਚ, ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਆ, ਸਾਡਾ ਕਿਤੇ ਵੀ ਜਾ ਕੇ ਦੇਖ ਲਓ, ਅਸੀਂ ਬੱਚਿਆਂ ਨਾਲ ਕਦੀ ਕੋਈ ਗੱਦਾਰੀ ਨਹੀਂ ਕੀਤੀ ਗਈ, ਜਿੰਨਾ ਸਾਨੂੰ ਦਵੇਗੀ ਅਸੀਂ ਓਨਾ ਹੀ ਬੱਚਿਆਂ ਨੂੰ ਵੱਧ ਦੇਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਬੰਦ ਪਏ ਸਕੂਲ ਖੋਲ੍ਹੇ ਆ, ਸਭ ਕੁਝ ਅਸੀਂ ਕੀਤਾ, ਸਾਰੇ ਚਾਰਜ ਅਸੀਂ ਸਾਂਭੇ ਆ, ਅੱਜ ਕਿਵੇਂ ਸਾਨੂੰ ਕਹਿੰਦੇ ਪਏ ਆ ਵੀ ਤੁਸੀਂ ਰੈਗੂਲਰ ਨਹੀਂ ਹੋ ਸਕਦੇ? ਜਦੋਂ ਕੰਮ ਕਰਵਾਉਣਾ ਸੀ ਉਦੋਂ ਅਸੀਂ ਕੀ ਸੀ, ਉਦੋਂ ਵੀ ਅਸੀਂ ਆਹੀ ਸੀ, ਕੱਚੇ ਅਧਿਆਪਕਾਂ ਨੇ ਜੋ ਕੰਮ ਕਰ ਸਕਦੇ, ਤੇ ਅੱਜ ਫਿਰ ਸਾਨੂੰ ਰੈਗੂਲਰ ਕਰਨ ਤੇ ਕਿਉਂ ਸਰਕਾਰ ਮੁੱਕਰ ਰਹੀ ਆ? ਭਾਈ ਭਗਵੰਤ ਸਿੰਘ ਮਾਨ ਕਹਿ ਰਿਹਾ ਕਿ ਹੋਰ, ਇਹਨਾਂ ਦੇ ਵਰਕਰ ਕਹਿ ਰਹੇ ਕਿ ਹੋਰ ਪੱਕਾ ਕੀ ਕਰ ਦਈਏ ਤੁਹਾਨੂੰ? ਪੱਕਾ ਦੇਖੋ ਜੀ, ਪੱਕਾ ਤੁਸੀਂ ਸ਼ਬਦ ਇਹਨਾਂ ਨੇ ਕਹਿ ਦਿੱਤਾ, 58 ਸਾਲ ਕਹਿ ਦਿੱਤੇ, ਪਰ ਪਿਛਲੇ 15 16 ਸਾਲ 20 ਸਾਲ ਵੀ ਹੋ ਗਏ ਨੇ, ਅਸੀਂ ਇਸੇ ਤਰ੍ਹਾਂ ਹੀ ਚੱਲਦੇ ਆ ਰਹੇ ਹਾਂ। ਕਿਸੇ ਸਰਕਾਰ ਨੇ ਸਾਨੂੰ ਅੱਜ ਤੱਕ ਨਹੀਂ ਕਿਹਾ ਵੀ ਅਸੀਂ ਤੁਹਾਨੂੰ ਕੱਢ ਦਾਂਗੇ, ਨਾ ਹੀ ਕੋਈ ਕੱਢ ਸਕਦਾ ਹੈ। ਦੇਖੋ, ਇੱਕ ਬੰਦਾ ਜਿਹਨੂੰ ਤੁਸੀਂ ਫਰੈਸ਼ਰ ਭਰਤੀ ਕਰਦੇ ਪਏ 60,000 ਰੁਪਇਆ ਤਨਖਾਹ ਦਿੰਦੇ ਹੋ, ਉਹੀ ਤੁਸੀਂ 23,000 'ਚ ਕੰਮ ਲੈ ਲੋਗੇ ਤੇ ਕਿਵੇਂ ਕੱਢ ਦੇਣਗੇ? ਨਹੀਂ ਕੱਢ ਸਕਦੇ। ਬਾਕੀ ਪੱਕਾ ਸ਼ਬਦ ਸਿਰਫ ਇਹਨਾਂ ਨੇ ਆਪਦੀ ਪਬਲਿਸਿਟੀ ਲਈ ਕਿਹਾ ਹੈ। ਕੋਈ ਵੀ ਪੱਕਾ ਸਾਨੂੰ ਕੋਈ ਵੀ ਦੱਸ ਦੇ ਵੀ ਆਹ ਤੁਹਾਨੂੰ ਲਾਭ ਮਿਲਿਆ ਤੇ ਆਹ ਤੁਸੀਂ ਪੱਕੇ ਹੋ, ਫਿਰ ਅਸੀਂ ਵੀ ਸੈਟੀਸਫਾਈਡ ਹੋ ਜਾਾਂਗੇ ਵੀ ਅਸੀਂ ਪੱਕੇ ਆ। ਸਾਨੂੰ ਕਿਸੇ ਨੂੰ ਕੁਝ ਵੀ ਨਹੀਂ ਲੱਗਦਾ ਵੀ ਅਸੀਂ ਪੱਕੇ ਹੈਗੇ ਆ। ਇੱਕ ਕਹਿੰਦੇ ਆ ਵੀ ਪਹਿਲਾਂ ਤੋਂ ਕਿਸੇ ਦੀ ਤਨਖਾਹ 5000 ਸੀ, ਕਿਸੇ ਦੀ 10,000, ਥੋੜੀ ਸ਼ਾਇਦ 10,000 ਰੁਪਇਆ ਸੀਗੀ, ਵੀ ਥੋੜੀ 23,500 ਕਰ ਦਿੱਤੀ, ਤੇ ਹੋਰ ਤੁਹਾਨੂੰ ਹੋਰ ਕੀ ਚਾਹੀਦਾ, ਤੁਹਾਨੂੰ ਇਸ ਤੋਂ ਵੱਧ ਕੀ ਚਾਹੀਦਾ? ਕਈ ਲੋਕ ਇਹ ਕਹਿ ਰਹੇ ਆ। ਦੇਖੋ, ਸਾਨੂੰ 23,000 ਵੀ ਮਨਜ਼ੂਰ ਆ, ਅਸੀਂ ਇੱਥੇ ਕਹਿੰਨੇ, ਪਰ ਸਾਡਾ 10% CPF ਕੱਟ ਕੇ ਸਾਨੂੰ ਸਾਡੀ ਬੇਸਿਕ ਪੇ ਮੰਨ ਲੈਣ। ਅਸੀਂ ਕਹਿੰਦੇ ਅਸੀਂ 2 ਸਾਲ ਲੈਣ ਨੂੰ ਤਿਆਰ ਹੈ, 2 ਸਾਲ ਬਾਅਦ ਸਾਨੂੰ ਸਾਡੇ ਪੱਤੇ, ਸਾਡਾ ਜਿਹੜਾ ਹੱਕ ਹੈ ਉਹ ਦਿੱਤਾ ਜਾਵੇ। ਅਸੀਂ 23,500 ਤੇ ਵੀ ਐਗਰੀ ਹਾਂ ਸਾਰੇ। ਕਿੰਨੇ ਸਾਲ ਹੋ ਗਏ ਤੁਹਾਨੂੰ ਭਰਤੀ? ਸਾਨੂੰ 15 ਸਾਲ ਹੋ ਗਏ ਜੀ। 15 ਸਾਲ ਹੋ ਗਏ? ਹਾਂ, 15 ਸਾਲ ਤੋਂ ਆਹੀ ਚੱਲ ਰਿਹਾ ਬਸ? ਹਾਂਜੀ, 15 ਸਾਲ ਤੋਂ ਆਹੀ ਚੱਲਦਾ ਪਿਆ। ਜਦੋਂ ਅਸੀਂ ਭਰਤੀ ਹੋਏ ਸਮੇਂ ਤੋਂ ਥੋੜਾ ਸਰਕਾਰਾਂ ਨੇ ਵਾਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਚਲੋ, ਅਸੀਂ ਫਿਰ ਵੀ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇੰਨਾ ਵਾਅਦਾ ਕੀਤਾ ਹੈ, ਠੀਕ ਹੈ। ਬਾਕੀ ਪਰ ਸਾਡੀ ਇਹ ਬੇਸਿਕ ਪੇ ਮੰਨੋ, ਸਾਨੂੰ 2 ਸਾਲ ਬਾਅਦ ਵਿਦ ਗ੍ਰੇਡ ਸਾਰੀ ਪੇ ਦੇ ਦਿਓ, ਅਸੀਂ ਅੱਜ ਹੀ ਮਨਜ਼ੂਰ ਕਰਦੇ ਹਾਂ। ਜਿਹੜਾ ਸਾਡਾ ਸਾਥੀ ਟੈਂਕੀ ਤੇ ਬੈਠਾ ਹੈ ਉਹਨੂੰ ਮਾਨ ਸਤਿਕਾਰ ਨਾਲ ਨੀਚੇ ਲਿਆਓ, ਸਾਡੀ ਇਹੀ ਮੰਗ ਹੈ।
ਹੋਰ ਅਸੀਂ ਸਰਕਾਰ ਤੋਂ ਕੁਝ ਨਹੀਂ ਮੰਗਦੇ। ਅਸੀਂ ਵੀ ਉਹਦੇ ਛੋਟੇ ਭੈਣ ਭਰਾਵਾਂ ਵਾਂਗੂ ਹੀ ਆ। ਜੇ ਕਹਿੰਦੇ ਵੋਟਾਂ ਤੇ ਅਸੀਂ ਕੋਈ ਕਸਰ ਨਹੀਂ ਛੱਡੀ ਸੀ। ਜੇ ਸਾਡੀ ਡਿਊਟੀ ਵੀ ਲੱਗਦੀ ਸੀ ਅਸੀਂ ਤਾਂ ਇਹ ਕਹਿੰਦੇ ਸੀ ਆਪ ਸਰਕਾਰ ਲਿਆਉਣੀ, ਕਿਉਂਕਿ ਬਦਲਾਅ ਲਿਆਉਣਾ। ਸਾਨੂੰ ਕੋਈ ਉਮੀਦ ਸੀ ਤੇ ਅਸੀਂ ਬੋਲੇ ਸੀ ਵੀ ਆਪ ਆਊਗੀ ਤੇ ਸਾਡਾ ਵੀ ਕੁਝ ਬਚੂਗਾ। ਸਾਰੇ ਵੈਲ ਕੁਆਲੀਫਾਈਡ ਨੇ, ਕਿਸੇ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਘੱਟ। ਪਤਾ ਨਹੀਂ ਸਾਡੇ ਨਾਲ ਐਡਾ ਧੋਖਾ ਕਿਉਂ ਹੋਇਆ ਵੀ ਸਾਰਾ ਕੁਝ ਕਰਵਾ ਕੇ ਤੇ ਐਂਡ ਤੇ ਆ ਕੇ ਸਾਨੂੰ ਪੇਸ਼ ਕੀਤੇ ਆ ਉੱਕਾ ਪੁੱਕਾ ਤਨਖਾਹ ਦੇ ਆਰਡਰ। ਜੇ ਦੇਣੇ ਸੀ 5 ਸਤੰਬਰ ਨੂੰ ਸਾਨੂੰ ਦਿੰਦੀ, ਸਾਡੇ ਮਨ 'ਚ ਵੀ ਸੈਟੀਸਫੈਕਸ਼ਨ ਰਹਿੰਦੀ ਵੀ ਸਾਡੀ ਤਨਖਾਹ ਵਧੀ ਆ, ਅਸੀਂ ਪੱਕੇ ਨਹੀਂ ਹੋਏ ਹਜੇ। ਕਿਵੇਂ ਲੱਗ ਰਿਹਾ ਮਾਨ ਸਰਕਾਰ ਜਿਵੇਂ ਵਾਅਦੇ ਕਰਕੇ ਆਈ ਸੀ ਉਹ ਤੇ ਪੂਰੀ ਉਤਰ ਰਹੀ ਹੈ? ਬਿਲਕੁਲ ਨਹੀਂ ਸਰ, ਬਿਲਕੁਲ ਸਰਾਸਰ ਝੂਠ ਬੋਲਿਆ ਉਹਨਾਂ ਨੇ। ਮਤਲਬ ਜੋ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ, ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉਤਰੀਗੀ। ਹਾਂਜੀ, ਮਤਲਬ ਸਾਡੀ ਪਾਲਿਸੀ ਬਣਾ ਕੇ ਸਾਨੂੰ ਪਾਲਿਸੀ ਤੋਂ ਬਾਹਰ ਕਰਕੇ ਸਿਰਫ ਸਾਡਾ ਤਨਖਾਹ ਵਾਧਾ ਕੀਤਾ ਹੈ। ਹਾਂਜੀ, ਮਤਲਬ ਇੱਕ ਕਹਿੰਦੇ ਹੋ ਵੀ ਜਿਵੇਂ ਇਹ ਗੱਲਾਂ ਚੱਲ ਰਹੀਆਂ, ਜਿਵੇਂ ਪ੍ਰਚਾਰ ਹੋ ਰਿਹਾ, ਜਿਵੇਂ ਸਕੂਲੀ ਫੰਕਸ਼ਨ ਰੱਖੇ ਗਏ ਆ, ਇਹ ਲੱਗ ਰਿਹਾ ਕਿ ਮਸ਼ਹੂਰੀ ਲਈ ਰੱਖੇ ਗਿਆ ਜਾਂ ਵਾਕਈ ਦਿਲੋਂ ਦਰਦ ਸੀ ਉਹਨਾਂ ਨੂੰ? ਨਹੀਂ ਜੀ, ਬਿਲਕੁਲ ਇਹ ਮਸ਼ਹੂਰੀ ਵਾਸਤੇ, ਵੋਟਾਂ ਗ੍ਰਹਿਣ ਕਰਨ ਵਾਸਤੇ ਵੀ ਅੱਗੇ ਤੋਂ ਵੀ ਸਾਡੇ ਮਗਰ ਲੋਕ ਆਉਣ ਤੇ ਵੱਧ ਤੋਂ ਵੱਧ ਸਾਨੂੰ ਵੋਟਾਂ ਪਾ ਕੇ ਸਾਡਾ ਮਤਲਬ ਸਾਡੀ ਵਾਹ ਖੱਟੀ ਜਾਵੇ ਇਹਦੇ 'ਚ। ਹਾਂਜੀ ਸਰ, ਨਿਰਾ ਡਰਾਮਾ ਜੀ ਇਹ ਸਰਕਾਰ ਆ ਨਾ ਜਿਹੜੀ, ਇਹ ਕਾਂਗਰਸੀਆਂ ਤੇ ਅਕਾਲੀਆਂ ਦੇ ਨਾਲੋਂ ਵੀ ਚਾਲਾਂ ਵੱਧ ਚੱਲ ਰਹੀ ਹੈ ਜੀ। ਹਾਂਜੀ, ਇਹ ਨਿਰਾ ਡਰਾਮਾ ਕਰ ਰਹੀ ਹੈ। ਸਾਨੂੰ ਤਾਂ ਇਹੋ ਜਿਹਾ ਕੁਝ ਉਮੀਦ ਹੀ ਨਹੀਂ ਸੀ। ਪਹਿਲਾਂ 9-10 ਮਹੀਨੇ ਇਹਨਾਂ ਨੇ ਸਾਨੂੰ ਸੁਪਨੇ ਦਿਖਾਏ, ਤੁਸੀਂ ਇਦਾਂ ਨਹੀਂ, ਤੁਸੀਂ ਉੱਦਾਂ, ਤੁਹਾਨੂੰ ਅੱਜ ਆਰਡਰ ਦੇ ਰਹੇ ਆ, ਤੁਹਾਨੂੰ ਬਸ ਜਲਦੀ ਸਾਰਾ ਕੁਝ ਕਰਾ ਕੇ ਸਾਡੇ ਪੱਲੇ ਕੀ ਉੱਕਾ ਪੁੱਕਾ ਤਨਖਾਹ ਪਾਤੀ। ਅਸੀਂ ਇਹੋ ਜਿਹੇ ਆਰਡਰ ਮਨਜ਼ੂਰ ਨਹੀਂ ਕਰਦੇ, ਨਾ ਹੀ ਅਸੀਂ ਖੁਸ਼ ਹਾਂ। ਆਪ ਸਰਕਾਰ ਤੋਂ ਅਸੀਂ ਬਿਲਕੁਲ ਵੀ ਖੁਸ਼ ਨਹੀਂ, ਨਾ ਹੀ ਸਾਨੂੰ ਇਹ ਉਮੀਦ ਸੀ ਵੀ ਸਾਡੀ ਝੋਲੀ ਇਹ ਪਾਇਆ ਜਾਊਗਾ। ਮਤਲਬ ਇੱਕ ਅਧਿਆਪਕ ਹੈ ਤੁਸੀਂ, ਪੜ੍ਹਾ ਕੇ ਆਏ ਹੋ, ਮੈਨੂੰ ਲੱਗਦਾ ਸਕੂਲ ਲੱਗਿਆ ਹੋਇਆ ਸੀ ਅੱਜ, ਤੇ ਪੜ੍ਹਾ ਕੇ ਆਉਣ ਤੋਂ ਬਾਅਦ ਇਹ ਧਰਨਿਆਂ ਤੇ ਆਉਣਾ, ਉਸ ਤੋਂ ਬਾਅਦ ਜਾ ਕੇ ਘਰਾਂ ਦਾ ਕੰਮ ਕਰਨਾ, ਕੀ ਇੱਕ ਸਿਰਫ ਮਜਬੂਰੀਆਂ ਹੀ ਆ ਵੀ ਬਸ ਜਿਹੜੇ ਮਾਂ-ਬਾਪ ਦੇ ਹੱਕ ਨਹੀਂ ਮਿਲਦੇ ਤਾਂ ਕਰਕੇ? ਸਰ, ਬਿਲਕੁਲ ਮਜਬੂਰੀਆਂ। ਸਾਡੇ ਬੱਚਿਆਂ ਦੇ ਵੀ ਸੁਪਨੇ ਹੈਗੇ, ਸਾਡੇ ਸਕੂਲ ਦੇ ਬੱਚਿਆਂ ਦੇ ਵੀ ਸੁਪਨੇ ਸੀਗੇ ਕਿ ਸਾਡੀ ਮੈਮ ਵੀ ਪੱਕੀ ਹੋ ਕੇ ਸਾਨੂੰ ਲੱਡੂ ਖਵਾਊਗੀ, ਜਿਨ੍ਹਾਂ ਨੂੰ ਕਿ ਅਸੀਂ ਬਿਲਕੁਲ ਵੀ ਉਹਨਾਂ ਨੂੰ ਖਵਾਇਆ ਨਹੀਂ ਕੁਛ ਵੀ। ਜਦੋਂ ਸਾਡਾ ਇੰਦਰਜੀਤ ਵੀਰ ਹੈ ਜਿਹੜਾ, ਉਹੀ ਨਹੀਂ ਥੱਲੇ ਉਤਰਿਆ, ਉਹਨੇ ਨਾ ਆਰਡਰ ਲਏ ਆ, ਨਾ ਉਹਨੇ ਜੁਆਇਨ ਕੀਤਾ। ਅਸੀਂ ਨਹੀਂ ਮੂੰਹ ਮਿੱਠਾ ਕੀਤਾਗਾ ਤਾਂ ਸਾਡੇ ਬੱਚਿਆਂ ਨੂੰ ਅਸੀਂ ਕੀ ਕਰਵਾਵਾਂਗੇ? ਆਪਦੇ ਸਕੂਲ ਦੇ ਬੱਚਿਆਂ ਨੂੰ ਅਸੀਂ ਘਰੇ ਕੀ ਖਵਾਵਾਂਗੇ ਦੱਸੋ? ਜਿਹੜਾ ਸਰਕਾਰ ਪ੍ਰਚਾਰ ਕਰ ਰਹੀ ਹੈ ਫਿਰ ਉਹ ਤੇ ਤੁਸੀਂ ਕੀ ਕਹੋਗੇ? ਜੀ, ਨਿਰਾ ਡਰਾਮਾ, ਸਰਾਸਰ ਝੂਠ ਹੈ, ਇਹਨਾਂ ਦਾ ਸਭ ਝੂਠ ਹੈ। ਇਹਨਾਂ ਨੇ ਜਦੋਂ ਵੀ ਕੱਲ ਆਰਡਰ ਦਿੱਤੇ ਹੈਗੇ ਆ, ਇਹਨਾਂ ਨੇ ਉਹ ਜਿਹੜੇ ਕਮੈਂਟ ਆ ਉਹ ਨੈਗੇਟਿਵਿਟੀ ਕਰਕੇ ਉਹ ਬੰਦ ਕੀਤੇ ਆ। ਇਹਨਾਂ ਨੇ ਪਹਿਲਾਂ ਕਿ ਅਸੀਂ ਮਤਲਬ ਕਿ ਨਾ ਇਹਨਾਂ ਨੂੰ ਕਰੀਏ, ਕਮੈਂਟ ਆ ਜਿਹੜੇ ਉਹ ਬੰਦ ਕਰਕੇ ਫਿਰ ਇਹਨਾਂ ਨੇ ਆਪਣਾ ਕੰਮ ਸ਼ੁਰੂਆਤ ਕੀਤਾ। ਜੇ ਇੰਨੀ ਸੱਚੀ ਸਰਕਾਰ ਹੈਗੀ ਹੈ ਤਾਂ ਫਿਰ ਕਮੈਂਟ ਆ ਜਿਹੜੇ ਉਹ ਔਨ ਕਰਕੇ ਸਾਰਾ ਕੁਝ ਕਰੇ। ਹਰ ਇੱਕ ਜੋ ਵੀ ਅਸੀਂ ਚੀਜ਼ ਕਰਦੇ ਹੈਗੇ ਆ, ਹੁਣ ਉਹਨਾਂ ਨੂੰ 47 ਦਿਨ ਹੋ ਗਏ, ਉਹਨਾਂ ਦਾ ਵੀ ਪਰਿਵਾਰ ਹੈਗਾ। ਇਹ ਨਹੀਂ ਹੈਗਾ ਕਿ ਅਸੀਂ ਤਾਂ ਆਪਣੇ ਘਰਾਂ ਨੂੰ ਚਲੇ ਜਾਂਦੇ ਆ, ਚਲੋ ਰੋਸ ਪ੍ਰਦਰਸ਼ਨ ਕੀਤਾ, ਅਸੀਂ ਆਪਣੇ ਘਰਾਂ ਨੂੰ ਚਲੇ ਗਏ। ਉਹ 47 ਦਿਨ ਹੋ ਗਏ ਜੀ ਬੈਠੇ ਨੂੰ। ਧੁੱਪ, ਹਨੇਰੀਆਂ, ਮੀਂਹ, ਝੱਖੜ ਕਿੰਨੇ ਆਏ ਆ, ਧੁੱਪਾਂ ਗਰਮੀ ਦੀਆਂ। ਉਹਨਾਂ ਨੇ ਨਾ ਤਾਂ ਸਰਕਾਰ ਨੇ ਸਾਰ ਲਈ, ਆ ਕੇ ਮੀਟਿੰਗ ਕਰਕੇ ਕਹਿ ਦਿੰਦੇ ਜੀ ਤੁਹਾਡੀ ਮੀਟਿੰਗ ਹੈ, ਮੀਟਿੰਗ ਕਰਕੇ ਕਹਿ ਦਿੰਦੇ ਜੀ ਤੁਸੀਂ ਬਸ ਵਾਪਸ ਮੁੜ ਜਾਓ, ਮੁੱਕਰ ਜਾਂਦੇ, ਮੀਟਿੰਗ ਤੋਂ ਮੁੱਕਰ ਜਾਂਦੇ। ਉੱਥੇ ਦੱਸੋ ਕੀ ਕਰੀਏ? ਉਹ ਤਾਂ ਜਿਹੜੇ ਬੈਠੇ ਆ ਤਾਂ ਮਾਨ ਸਾਹਿਬ ਦੀ ਕੋਠੀ ਤੋਂ ਮੈਨੂੰ ਲੱਗਦਾ 2 ਕਿਲੋਮੀਟਰ ਹੀ ਦੂਰ ਆ ਜਿਹੜੀ ਉਹ ਟੈਂਕੀ, ਮੈਂ ਦੇਖ ਕੇ ਆਇਆ, ਜਾ ਕੇ ਆਇਆ। ਤੇ ਉਹ ਕੋਠੀ ਤੇ ਬੈਠੇ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀਗੇ ਕਿ ਮੈਂ ਦਰਦ ਸਮਝਦਾ ਆਮ ਲੋਕਾਂ ਦਾ, ਮੈਂ ਮਾਸਟਰਾਂ ਦਾ, ਮੈਂ ਸਾਰਿਆਂ ਦਰਦ ਸਮਝਦਾ, ਮੈਂ ਇੱਕ ਲੋਕਾਂ ਦਾ ਮੁੱਖ ਮੰਤਰੀ ਹਾਂ, ਮੈਂ ਲੋਕਾਂ 'ਚ ਰਹਿਣਾ। ਕੀ ਲੱਗਦਾ ਨਹੀਂ ਕਿ 2 ਕਿਲੋਮੀਟਰ ਦੇ ਬੈਠੇ ਬੰਦੇ ਨੂੰ ਹਾਲ ਪੁੱਛਿਆ ਜਾਣਾ ਚਾਹੀਦਾ? ਸਰ, ਉਹਨਾਂ ਨੂੰ ਦਿਸਦਾ ਹੀ ਨਹੀਂ ਹੈਗਾ। ਜੇ ਦਿਸਦਾ ਹੋਵੇ ਤਾਂ ਜਾਵੇ। ਸੰਗਰੂਰ ਜ਼ਿਲ੍ਹੇ ਦੇ ਵਿੱਚ ਧਰਨਾ ਲੱਗਿਆ ਹੋਵੇ, ਉਦੋਂ ਜਦੋਂ ਕਾਂਗਰਸੀਆਂ ਦੀ ਸਰਕਾਰ ਸੀ, ਉਦੋਂ ਤਾਂ ਬੜੇ ਆ ਕੇ ਕਹਿੰਦੇ ਸੀ ਕਿ ਮੈਂ ਪਾਟੀਆਂ ਚੁੰਨੀਆਂ, ਭੈਣਾਂ ਦੀਆਂ ਪਾਟੀਆਂ ਚੁੰਨੀਆਂ ਨਹੀਂ ਕਰਦਾਗਾ, ਪੱਗਾਂ ਨਹੀਂ ਲੈਣ ਦਿੰਦਾਗਾ। ਤਾਂ ਹੁਣ ਕੀ ਕਰ ਰਿਹਾ ਹੈਗਾ? 1 ਜੁਲਾਈ ਨੂੰ ਸਾਡੇ ਨਾਲ ਉਹ ਕਟਾਪਾ ਇਹਨਾਂ ਨੇ, ਸਰਕਾਰ ਨੇ ਚਾੜਿਆ ਕਿ ਬਿਨਾਂ ਮਤਲਬ ਤੋਂ ਇਹਨਾਂ ਨੇ, ਅਸੀਂ ਤਾਂ ਆਪਣਾ ਰੋਸ ਮੁਜ਼ਾਹਰਾ ਕਰਨ ਵਾਸਤੇ ਪੁੱਛਣ ਹੀ ਜਾ ਰਹੇ ਸੀਗੇ ਤੇ ਇਹਨਾਂ ਨੇ ਬਿਨਾਂ ਗੱਲਬਾਤ ਤੋਂ ਸਾਡੇ ਤੇ ਡਾਂਗਾ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿ ਸਾਡੀਆਂ ਭੈਣਾਂ ਥਾਣਿਆਂ ਦੇ ਵਿੱਚ ਰਹਿ ਕੇ ਆਈਆਂ, 5-5 ਵਜੇ ਉਹਨਾਂ ਨੂੰ ਥਾਣੇ ਚੋਂ ਬਾਹਰ ਕੱਢਿਆ। ਅਸੀਂ ਉਸ ਦਿਨ ਜਿਹਨੇ 1 ਜੁਲਾਈ ਨੂੰ ਉੱਥੇ ਅਸੀਂ ਮਤਲਬ ਆਪਦਾ ਹੱਕ ਮੰਗਣ ਗਏ ਸੀਗੇ ਤੇ ਅਸੀਂ ਹੱਕ ਵੀ ਨਹੀਂ ਮੰਗ ਸਕਦੇ। ਪੜ੍ਹ ਲਿਖ ਕੇ ਸਾਨੂੰ ਪੜ੍ਹ ਲਿਖ ਕੇ ਬਿਲਕੁਲ ਇਹਨਾਂ ਨੇ ਮਤਲਬ ਪਿੱਛੇ ਕਰਤਾ। ਅਸੀਂ ਪੜ੍ਹੇ ਲਿਖੇ ਹਾਂ, ਕੁਆਲੀਫਾਈਡ ਹਾਂ, MA BEd ਹਾਂ, ਟੈਟ ਪਾਸ ਹਾਂ, ਸਭ ਕੁਝ ਹਾਂ। ਸਕੂਲਾਂ ਵਿੱਚ ਅਸੀਂ ਪੂਰੀ ਤਨ ਮਨ ਨਾਲ ਪੜ੍ਹਾਉਣੇ, ਆਪਣੀ ਜ਼ਮੀਰ ਤੋਂ ਪੜ੍ਹਾਉਣੇ ਆ। ਕਦੇ ਕਿਸੇ ਬੱਚੇ ਨੂੰ ਐ ਨਹੀਂ ਕਿਹਾ ਵੀ ਅਸੀਂ ਅੱਜ ਕੰਮ ਨਹੀਂ ਕਰਾਉਣਾਗਾ। ਭੈਣੇ, ਕੀ ਲੱਗਦਾ ਤੁਸੀਂ ਨਹੀਂ ਫਿਰ ਖਾਣ ਨੂੰ ਜੀ ਕੀਤਾ ਭਗਵੰਤ ਸਿੰਘ ਮਾਨ ਵਾਲੀ ਬਰਫੀ ਜਾਂ ਸਕੂਲ ਦੇ ਵਿੱਚ ਜਿਹੜਾ ਹੈ? ਤੁਹਾਡਾ ਜੀ ਨਹੀਂ ਕੀਤਾ ਵੀ ਬਰਫੀ ਖਾ ਲਈਏ ਅੱਜ? ਸਰ, ਜਦੋਂ ਸਾਡੇ ਸਾਥੀ ਇੰਦਰਜੀਤ ਵੀਰ ਦਾ ਉੱਥੇ ਬੈਠੇ ਆ ਤਾਂ ਸਾਡਾ ਦਿਲ ਕਿਵੇਂ ਕਰਦਾ ਜੀ?
ਤੁਹਾਡਾ ਜੀ ਨਹੀਂ ਕੀਤਾ ਜੀ ਬਰਫੀ ਖਾਣ ਨੂੰ? ਸਰ ਬਿਲਕੁਲ ਨਹੀਂ। ਕੱਲ ਜਦੋਂ ਮੈਨੂੰ ਆਰਡਰ ਦੇ ਰਿਹਾ ਸੀ ਮੇਰਾ ਹੈੱਡ, ਮਤਲਬ ਮੇਰੇ ਗਲ ਦੇ ਵਿੱਚ ਹਾਰ ਪਾਉਣਾ ਚਾਹੁੰਦਾ ਸੀ, ਮੈਂ ਉਹਨਾਂ ਨੂੰ ਕਿਹਾ ਮੈਂ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ, ਪਰ ਆ ਨਹੀਂ ਮੈਂ ਕਰ ਸਕਦੀ ਕਿ ਮੇਰੀ ਅੰਦਰੋਂ ਜ਼ਮੀਰ ਨਹੀਂ ਮੰਨਦੀ ਪਈ ਜੀ, ਕਿਉਂਕਿ ਮੇਰਾ ਵੀਰ ਅੱਜ ਉੱਥੇ ਟੈਂਕੀ ਤੇ ਬੈਠਾ ਹੈ। ਠੀਕ ਹੈ, ਮੈਂ ਇਹ ਨਹੀਂ ਕਰ ਸਕਦੀ ਜੀ। ਤਾਂ ਗੱਲਬਾਤ ਕੀਤੀ ਸਮੂਹ ਜਿਹੜੇ 8736 ਜਿਹੜੇ ਆ ਅਧਿਆਪਕ ਜਿਨ੍ਹਾਂ ਦੇ ਖੁਰਾਣਾ ਵਿਖੇ ਵੀ, ਸੰਗਰੂਰ ਵਿਖੇ ਵੀ ਧਰਨਾ ਚੱਲ ਰਿਹਾ ਹੈ, ਉਹਨਾਂ ਵੱਲੋਂ ਜਿਹੜੇ ਅੱਜ ਸਰਕਾਰ ਨੇ ਨਿਯੁਕਤੀ ਪੱਤਰ ਦਿੱਤੇ ਸੀ ਉਹ ਇੱਥੇ ਫੂਕੇ ਗਏ ਆ, ਉਹ ਸਾੜੇ ਗਏ ਆ ਕਿ ਸਾਨੂੰ ਨਹੀਂ ਚਾਹੀਦੇ ਨਿਯੁਕਤੀ ਪੱਤਰ, ਸਾਨੂੰ ਨਹੀਂ ਚਾਹੀਦੇ ਇਸ ਤਰੀਕੇ ਦਾ, ਸਾਨੂੰ ਰੈਗੂਲਰ ਕਰੋ, ਆ ਜਿਹੜੇ ਸਰਕਾਰੀ ਪੱਕੇ ਨਾ ਕਰੋ। ਇੱਕ ਗੱਲ ਦਾ ਜਵਾਬ ਲੈਣਾ ਜੀ, ਇਹ ਵਾਰ-ਵਾਰ ਪੱਕੇ ਕਰਕੇ ਮਤਲਬ ਕਈ ਸਰਕਾਰਾਂ ਨੇ ਤੁਹਾਨੂੰ ਪੱਕੇ ਕਰਤਾ, ਤੁਸੀਂ ਕਿੰਨੇ ਕੁ ਪੱਕੇ ਹੋ ਗਏ? ਅਸੀਂ ਸਰ ਇੰਨੇ ਕ ਪੱਕੇ ਹੋ ਗਏ ਜਿਵੇਂ ਸਾਨੂੰ ਕਿ ਪੱਠੇ ਵਿੱਚ ਪਕਾ ਕੇ ਪਕਾਤਾ, ਜਿਵੇਂ ਅਸੀਂ ਇੱਟਾਂ ਪਕਾਉਂਦੇ ਇਦਾਂ ਪਕਾਤਾ, ਪਰ ਅਸੀਂ ਪੱਕੇ ਹਜੇ ਵੀ ਨਹੀਂ ਹੋਏਗੇ। ਅਜੇ ਵੀ ਨਹੀਂ ਹੋਏ ਜੀ। ਹੁਣ ਸਰਕਾਰ ਦੀਆਂ ਨਿਗਾਹ 'ਚ ਤਾਂ ਮਤਲਬ ਖੰਗਰ ਰੈਟ ਵਰਗੇ ਹੋ ਗਏ ਤੁਸੀਂ। ਹਾਂਜੀ ਬਿਲਕੁਲ ਜੀ। ਕੀ ਕਹਿ ਰਹੇ ਤੁਸੀਂ? ਮੈਂ ਕਹਿ ਰਿਹਾ ਵੀ ਸਾਨੂੰ ਕਾਲੀਆਂ ਨੇ ਵੀ ਰੱਜ ਕੇ ਕੁੱਟਿਆ, ਉਹਨਾਂ ਨੇ ਵੀ ਚੰਗੀ ਤਰ੍ਹਾਂ ਪੱਕੇ ਕੀਤਾ ਸਾਨੂੰ, ਫਿਰ ਕਾਂਗਰਸੀਆਂ ਨੇ ਵੀ ਸਾਨੂੰ ਰੱਜ ਕੇ ਇੰਨਾ ਕੁਟਾਪਾ ਚੜਿਆ, ਉਹਨਾਂ ਨੇ ਵੀ ਸਾਨੂੰ ਰੱਜ ਕੇ ਪੱਕੇ ਕਰਤਾ। ਹੁਣ ਇਹ ਭਗਵੰਤ ਮਾਨ ਦੀ ਸਰਕਾਰ ਆਈ ਆ ਜਿਹੜੀ ਕਹਿੰਦੀ ਸੀਗੀ ਵੀ ਅਸੀਂ ਕਿਸੇ ਦੀਆਂ ਪੱਗਾਂ ਨਹੀਂ ਰੋਲਣ ਦੇਵਾਂਗੇ, ਅਸੀਂ ਕਿਸੇ ਦੀਆਂ ਚੁੰਨੀਆਂ ਨਹੀਂ ਰੋਲਣ ਦੇਵਾਂਗੇ, ਪਰ 1 ਜੁਲਾਈ ਨੂੰ ਜਿਹੜਾ ਅਸੀਂ ਉੱਥੇ ਪਿੰਡ ਖਰਾਣਾ ਤੋਂ ਜਦੋਂ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਸੀ ਅਸੀਂ ਸੰਗਰੂਰ ਦੇ ਵੱਲ ਨੂੰ, ਪਰ ਉਸ ਟਾਈਮ ਦੇ ਵਿੱਚ ਜਿਹੜਾ ਉਹ ਇਸ਼ਾਰੇ ਕਿਹਦੇ ਤੇ ਹੋਇਆ ਤਾਂ ਭਗਵੰਤ ਮਾਨ ਦੇ ਇਸ਼ਾਰੇ ਤੋਂ ਹੀ ਹੈਗਾ। ਠੀਕ ਹੈ, ਉਸ ਦਿਨ ਜਿਹੜਾ ਸਾਡੇ ਅਧਿਆਪਕਾਂ ਦੇ ਉੱਪਰ ਲਾਠੀ ਚਾਰਜ ਕੀਤਾ ਗਿਆ, ਤਸੱਦਦ ਕੀਤਾ ਗਿਆ, ਅਤੀ ਨਿੰਦਨਯੋਗ ਸੀਗਾ। ਸਾਡੀਆਂ ਅਧਿਆਪਕ ਸਾਥੀਆਂ ਦੀਆਂ ਪੱਗਾਂ ਲਾਹੀਆਂ ਗਈਆਂ, ਰੋਲੀਆਂ ਗਈਆਂ, ਸਾਡੀਆਂ ਭੈਣਾਂ ਦੀਆਂ ਜਿਹੜੀਆਂ ਚੁੰਨੀਆਂ ਜਿਹੜੀਆਂ ਹੈਗੀਆਂ ਪਾੜੀਆਂ ਗਈਆਂ। ਉੱਥੇ ਜਿਹੜੇ ਸਾਡੀਆਂ ਭਰਾਤਰੀ ਜਥੇਬੰਦੀਆਂ ਸੀ, DTF ਦੇ ਜਿਹੜੇ ਸਾਥੀ ਸੀਗੇ, GTU ਦੇ ਸਾਥੀ ਸੀਗੇ, ਵੱਖ-ਵੱਖ ਜਥੇਬੰਦੀਆਂ ਦੇ ਉੱਥੇ ਸਾਥੀ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜ਼ਬਰਦਸਤੀ ਉਹਨਾਂ ਨੂੰ ਬੱਸਾਂ ਦੇ ਵਿੱਚ ਤੁੰਨ ਕੇ ਉੱਥੇ ਥਾਣਿਆਂ 'ਚ ਲਿਜਾਇਆ ਗਿਆ, ਰੱਜ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ। ਕੀ ਭਗਵੰਤ ਮਾਨ ਦੀ ਸਰਕਾਰ ਵੀ ਅਕਾਲੀ ਕਾਂਗਰਸੀਆਂ ਦੇ ਰਾਹੀਂ ਤੁਰ ਪਈ ਹੈਗੀ ਆ, ਜਿਹੜੀ ਵੱਡੇ ਦਾਅਵੇ ਕਰਦੀ ਸੀਗੀ ਵੀ ਇਹ ਤਾਂ ਜਿਹੜੇ ਅਧਿਆਪਕ ਹੁੰਦੇ ਹੈਗੇ ਆ ਇਹ ਮਾਣ ਸਤਿਕਾਰ ਵਾਲੇ ਹੁੰਦੇ ਹੈਗੇ ਆ, ਇਹਨਾਂ ਨੂੰ ਮਾਣ ਸਤਿਕਾਰ ਦੇਣਾ ਚਾਹੀਦਾ ਹੈਗਾ, ਅਸੀਂ ਇਹਨਾਂ ਨੂੰ ਕਦੀ ਰੋਲ ਨਹੀਂ ਦਿਆਂਗੇ। ਪਰ ਅੱਜ ਉਹੀ ਹਾਲ ਜਿਹੜੀ ਹੈਗੀ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਆ, ਜਿਹੜੀ ਕਹਿੰਦੀ ਸੀ ਅਸੀਂ ਟੈਂਕੀਆਂ ਤੇ ਚੜ੍ਹ ਨਹੀਂ ਦੇਵਾਂਗੇ, ਉਹੀ ਅੱਜ ਇਹਨਾਂ ਦੇ ਰਾਜ ਦੇ ਵਿੱਚ ਅਸੀਂ ਟੈਂਕੀ ਦੇ ਉੱਪਰ ਬੈਠੀਆਂ, ਪਰ ਸਾਡੀ ਕੋਈ ਇਹਨਾਂ ਨੇ ਗੱਲ ਨਹੀਂ ਸੁਣੀ ਹੈਗੀ। 47 ਦਿਨ ਤੋਂ ਸਾਡਾ ਸਾਥੀ ਇੰਦਰਜੀਤ ਸਿੰਘ ਮਾਨਸਾ ਉੱਥੇ ਟੈਂਕੀ ਦੇ ਉੱਪਰ ਬੈਠਾ ਹੈਗਾ।